ਫਾਜ਼ਿਲਕਾ ਦੇ ਹਲਕਾ ਬੱਲੂਆਣਾ ਦੇ ਪਿੰਡ ਝੂਨਖੇੜਾ ਦੇ ਵਿੱਚ ਪਤੀ ਪਤਨੀ ਖੁਸ਼ੀ-ਖੁਸ਼ੀ ਰਹਿ ਰਹੇ ਸਨ। ਸੁਖਦੀਪ ਕੌਰ ਜੋ ਕਿ ਲੋਕਾਂ ਦੇ ਕੱਪੜੇ ਸੀ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ। ਉਸ ਦਾ ਪਤੀ ਪਰਸ਼ੋਤਮ ਸਿੰਘ ਦਿਹਾੜੀਆਂ ਮਜ਼ਦੂਰੀਆਂ ਕਰਦਾ ਸੀ ਕਿਉਂਕਿ ਉਸ ਦੀ ਜ਼ਮੀਨ ਉਸ ਦੇ ਭਰਾਵਾਂ ਦੇ ਵੱਲੋਂ ਠੱਗ ਲਈ ਗਈ ਸੀ। ਫਿਰ ਵੀ ਨਾਨਕਾ ਪਰਿਵਾਰ ਨੇ ਉਸ ਨੂੰ ਘਰ ਬਣਾ ਕੇ ਦਿੱਤਾ ਕਿਉਂਕਿ ਸਾਰੇ ਜਾਣਦੇ ਸੀ ਕਿ ਪਰਸ਼ੋਤਮ ਇੱਕ ਚੰਗਾ ਦਿਲ ਇਨਸਾਨ ਹੈ, ਨੇਕ ਦਿਲ ਇਨਸਾਨ ਹੈ ਜਿਹੜਾ ਕਿਸੇ ਦੇ ਨਾਲ ਗਲਤ ਹੁੰਦਾ ਤਾਂ ਨਹੀਂ ਦੇਖ ਸਕਦਾ, ਪਰ ਜਦੋਂ ਉਸ ਦੇ ਨਾਲ ਕੋਈ ਗਲਤ ਕਰ ਜਾਂਦਾ ਹੈ ਤਾਂ ਉਸ ਨੂੰ ਮਾਫ ਵੀ ਕਰ ਦਿੰਦਾ ਹੈ। ਪਰ ਬੀਤੇ ਦਿਨ ਹੀ ਇਸੇ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਪਰਸ਼ੋਤਮ ਸਿੰਘ ਨੂੰ ਘਰ ਆ ਕੇ ਕਹੀ ਦੇ ਨਾਲ ਵੱਢ ਦਿੱਤਾ। ਇੰਨਾ ਹੀ ਨਹੀਂ, ਜਦੋਂ ਉਸ ਦੀ ਪਤਨੀ ਸੁਖਦੀਪ ਕੌਰ ਰਾਤ ਸਮੇਂ ਸੋ ਰਹੀ ਸੀ, ਜਦੋਂ ਉਸਨੇ ਉੱਠ ਕੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਗਿਆ। ਹਲਕਾ ਬੱਲੂਆਣਾ ਦੇ ਪਿੰਡ ਦੇ ਵਿੱਚ ਜਦੋਂ ਇਹ ਸਾਰੀ ਘਟਨਾ ਵਾਪਰੀ ਤਾਂ ਕਿਸੇ ਨੂੰ ਕੰਨੋ ਕੰਨ ਖਬਰ ਤੱਕ ਨਹੀਂ ਹੋਈ। ਰਾਤ ਦਾ 1 ਵਜੇ ਦਾ ਉਹ ਸਮਾਂ ਜਦੋਂ ਸਾਰੀ ਘਟਨਾ ਵਾਪਰੀ ਸੀ। 2 ਦਿਨ ਬਾਅਦ ਵੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਘਰ ਦੇ ਅੰਦਰੋਂ ਪਤੀ ਪਤਨੀ ਬਾਹਰ ਕਿਉਂ ਨਹੀਂ ਆਏ। ਪਰ 2 ਦਿਨ ਬਾਅਦ ਜਦੋਂ ਬਦਬੂ ਆਣੀ ਸ਼ੁਰੂ ਹੁੰਦੀ ਹੈ ਤਾਂ ਗੁਆਂਢੀਆਂ ਦੇ ਵੱਲੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ। ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ। ਪਤੀ ਪਤਨੀ ਦੀਆਂ ਮ੍ਰਿਤਕ ਦੇਹਾਂ ਘਰ ਦੇ ਵਿੱਚ ਲਹੂ-ਲੁਹਾਨ ਹੋਈਆਂ ਪਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਾਰੀ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਅਤੇ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ। ਪਤਾ ਲੱਗਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਅੱਧੀ ਰਾਤ ਨੂੰ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਦੇ ਵਿੱਚ ਉਹ ਜਾਂਦਾ ਵੀ ਦਿਖਾਈ ਦਿੰਦਾ। ਉਸ ਵਿਅਕਤੀ ਦੀ ਪੁੱਛ ਪੜਤਾਲ ਕਰਨੀ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ। ਛਾਣਬੀਣ ਦੇ ਵਿੱਚ ਪਤਾ ਲੱਗਿਆ ਕਿ ਉਹ ਇਸੇ ਪਿੰਡ ਦਾ ਰਹਿਣ ਵਾਲਾ ਹੈ, ਪਰ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਮੈਂ ਉਹਨਾਂ ਦੇ ਘਰ ਗਿਆ ਹੀ ਨਹੀਂ। ਪੁਲਿਸ ਨੇ ਜਦੋਂ ਸਖਤੀ ਕੀਤੀ ਤਾਂ ਉਸਨੇ ਮੰਨ ਲਿਆ ਕਿ ਉਹ ਸੁਖਦੀਪ ਕੌਰ ਅਤੇ ਪਰਸ਼ੋਤਮ ਸਿੰਘ ਦੇ ਘਰ ਗਿਆ ਸੀ ਅਤੇ ਉੱਥੇ ਜਾ ਕੇ ਦੋਵਾਂ ਪਤੀ ਪਤਨੀ ਨੂੰ ਖਤਮ ਕਰਕੇ ਉਹ ਆਪਣੇ ਘਰ ਮੁੜ ਆਇਆ। ਪਿੰਡ ਵਾਲਿਆਂ ਨੇ ਦੱਸਿਆ ਕਿ ਇੱਕ ਮਿਹਨਤੀ ਪਰਿਵਾਰ ਸੀ, ਜਿੱਥੇ ਪਤਨੀ ਕੱਪੜੇ ਸਿਉਂਦੀ ਸੀ ਉੱਥੇ ਹੀ ਪਤੀ ਆਪਣਾ ਗੁਜ਼ਾਰਾ ਵਧੀਆ ਕਰ ਰਿਹਾ ਸੀ। ਫਿਲਹਾਲ ਇਸ ਸਾਰੇ ਮਾਮਲੇ ਦੀ ਛਾਣਬੀਣ ਦੇ ਲਈ ਡੀਐਸ ਸਾਹਿਬ ਵੀ ਘਰ ਪਹੁੰਚ ਗਏ। ਉਹਨਾਂ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਨੂੰ ਦੇਖਿਆ ਗਿਆ ਅਤੇ ਉਸ ਵਿਅਕਤੀ ਨੂੰ ਕਾਬੂ ਕਰਨ ਤੋਂ ਬਾਅਦ ਕਈ ਤਰ੍ਹਾਂ ਦੇ ਤਿੱਖੇ ਸਵਾਲ ਕੀਤੇ ਗਏ। ਉਸ ਦੇ ਵਿੱਚ ਉਸਨੇ ਮੰਨਿਆ ਕਿ ਸ਼ੱਕ ਦੇ ਚਲਦੇ ਹੀ ਉਸਨੇ ਪਰਸ਼ੋਤਮ ਸਿੰਘ ਅਤੇ ਉਸ ਦੀ ਪਤਨੀ ਨੂੰ ਖਤਮ ਕੀਤਾ। ਉਸ ਵਿਅਕਤੀ ਦਾ ਕਹਿਣਾ ਸੀ ਕਿ ਮੈਂ ਪਿੰਡ ਦਾ ਹੀ ਰਹਿਣ ਵਾਲਾ ਹੈ ਤੇ ਮੈਨੂੰ ਸ਼ੱਕ ਸੀ ਕਿ ਮੇਰੀ ਪਤਨੀ ਦੇ ਨਾਜਾਇਜ਼ ਸਬੰਧ ਇਸੇ ਬੰਦੇ ਦੇ ਨਾਲ ਨੇ, ਜਿਸ ਦੇ ਚਲਦੇ ਉਹਨੇ ਗੁੱਸੇ ਦੇ ਵਿੱਚ ਆ ਕੇ ਇਸ ਨੂੰ ਖਤਮ ਕਰ ਦਿੱਤਾ। ਪਰ ਜਦੋਂ ਉਸ ਦੀ ਪਤਨੀ ਬਚਾਉਣ ਦੇ ਲਈ ਅੱਗੇ ਆਈ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਗਿਆ। ਵਧੀਆ ਬੰਦਾ ਸੀ, ਪਰਤੋਸ਼ ਦਿਹਾੜੀ ਜਾਂਦਾ ਸੀ, ਜ਼ਿਮੀਂਦਾਰ ਬੰਦਾ ਸੀ। ਜ਼ਮੀਨ ਜਿਵੇਂ ਦਾ ਭਰਾ ਵੇਚ ਕੇ ਖਾ ਗਿਆ ਸੀ ਪਹਿਲਾਂ, ਫਿਰ ਇਹ ਵਿਚਾਰਾ ਇੱਥੇ ਨਾਨਕਿਆਂ 'ਚ ਰਹਿੰਦਾ ਸੀ। ਨਾਨਕਿਆਂ ਨੇ ਇਹਨੂੰ ਘਰ ਬਣਾ ਕੇ ਦਿੱਤਾ। ਉਦੋਂ ਬੰਦਾ ਵਿਆਹ ਕਰਤਾ ਦੂਜਾ ਜੀ, ਪਹਿਲਾਂ ਵਿਆਹ ਤੱਕ ਹੋਇਆ ਸੀ, ਉਹਦੇ 'ਚ ਇੱਕ ਬੇਟੀ ਸੀ, ਉਹ ਇਹਦੀ ਵਿਆਹੀ ਹੋਈ। ਇੱਕ ਹੀ ਕੰਮ ਕਰਦੇ ਸੀ, ਦਿਹਾੜੀ ਜਾਂਦਾ ਸੀ ਜੀ, ਜ਼ਿਮੀਂਦਾਰ ਕੋਲ ਦਿਹਾੜੀ ਜਾਂਦਾ ਸੀ, ਉਹਦਾ ਗੁਜ਼ਾਰਾ ਕਰਦਾ ਸੀ। ਘਰ ਵਾਲੀ ਕੱਪੜੇ ਸਿੰਦੀ ਸੀ, ਉਹ ਦੋਵੇਂ ਜੀ ਖੁਸ਼ ਸੀ। ਇਹ ਘਟਨਾ ਵਾਪਰੀ ਕਦੋਂ ਜੀ? ਇਹ ਸੋਮਵਾਰ ਰਾਤ ਦੀ ਘਟਨਾ ਹੈ। ਤੇ ਪਤਾ ਕਦੋਂ ਲੱਗਿਆ ਜੀ? ਪਤਾ ਸਾਨੂੰ ਕੱਲ 9 ਵਜੇ ਲੱਗਿਆ ਜੀ। ਉਹ ਸਮੈਲ ਆਈ ਨਾ ਜੀ, ਤੇ ਇਹਨੂੰ ਫੋਨ ਲਾਉਂਦੇ ਸੀ ਨਾਨਕੇ ਵੀ ਆਪਾਂ ਕੋਈ ਕੁੱਤਾ ਜਾਂ ਗਾਵਾਂ ਮਰੀ ਜਾਂਦੀਆਂ ਜੀ, ਤੇ ਉਹਨੇ ਕਿਤੇ ਮਰੀ ਵੇਖੀਏ। ਜਦੋਂ ਇਹਨੂੰ ਫੋਨ ਲਾਉਂਦਾ ਸਵਿਚ ਆਫ ਆਈ ਜਾਂਦਾ ਸੀ। ਫਿਰ ਇਹਦਾ ਸੱਤਾ ਭਾਣਜਾ ਜੀ ਅਮਨਦੀਪ ਸਿੰਘ ਟੈਲੀਕਾਮ ਵਾਲਾ, ਉਹਨੂੰ ਨਾਲ ਲੱਗੇ ਜਦੋਂ ਗੇਟ ਖੋਲ੍ਹਿਆ ਤੇ ਦੋਵੇਂ ਜੀ ਬੜੇ ਟੁੱਕੇ ਪਏ ਸੀ। ਫਿਰ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਬਾਵਾ ਠਾਣੇ ਜੀ। ਫਿਰ ਉਹ ਆਏ, ਅਸੀਂ ਵੇਖਿਆ ਤੇ ਬੁਰੇ ਹਾਲ ਸੀ। ਫਿਰ ਉਸ ਤੋਂ ਬਾਅਦ DSP ਸਾਹਿਬ ਆਏ, ਉਹਨਾਂ ਨੇ ਇਨਕੁਆਇਰੀ ਕੀਤੀ, ਕੈਮਰੇ ਲੱਗੇ, ਕੈਮਰੇ ਚੈੱਕ ਕੀਤੇ। ਕੈਮਰੇ 'ਚ ਇੱਕ ਬੰਦਾ 2 ਵਜੇ ਟੱਪਦਾ ਕਈ ਲੈ ਕੇ ਪੌਣੇ 1 ਵਜੇ ਦੇ ਕਰੀਬ ਜੀ, ਉਹਨੂੰ ਸਾਨੂੰ ਪੁਲਿਸ ਕਹਿੰਦੇ ਸਾਨੂੰ ਲੋੜੀਂਦਾ ਬੰਦਾ। ਫਿਰ ਉਹਨੂੰ ਅਰੈਸਟ ਕੀਤਾ। ਉਹਨੂੰ ਪੁੱਛਿਆ ਵੀ ਤੂੰ ਇੱਧਰ ਕੀ ਲੈਣ ਆਇਆ ਸੀ? ਉਹ ਕਹਿੰਦਾ ਮੈਂ ਇੱਧਰ ਆਇਆ ਹੀ ਨਹੀਂ ਗਾ, ਮੁੱਕਰ ਗਿਆ। ਫਿਰ ਉਹਦੇ ਮੁੰਡੇ ਨੇ ਪੁੱਛਿਆ ਵੀ ਵਾਕਿਆ ਤੇਰਾ ਪਿਓ ਏ? ਉਹਦਾ ਮੇਰਾ ਪਿਓ ਏ। ਫਿਰ ਉਹਨੂੰ 5 ਮਿੰਟ ਪੁਲਿਸ ਨੇ ਸਾਈਡ 'ਤੇ ਕੀਤਾ। 5 ਮਿੰਟਾਂ ਬਾਅਦ ਸਾਰਾ ਕੁਝ ਦੱਸਤਾ। ਮੈਂ ਕਈ ਲਈ ਸੋਨੂੰ ਦੁਕਾਨ ਵਾਲੇ ਤੋਂ ਵਾਰੀ ਦਾ ਬਹਾਨਾ ਲਾ ਕੇ ਕਈ ਨਾ ਮੈਂ ਕੰਧ ਟੱਪਿਆ ਤੇ ਮੈਂ ਵੜਤਾ। ਜਦੋਂ ਇਹਨੂੰ ਮੈਂ ਕਈ ਮਾਰੀ ਤੇ ਉਸ ਤੋਂ ਬਾਅਦ ਮੰਨ ਕੇ ਚਲੋ ਮੇਰਾ ਇਹਦੀ ਘਰ ਵਾਲੀ ਉੱਠ ਪਈ। ਹੁਣ ਸੱਚਾਈ ਵੀ ਰੌਲਾ ਪਾ ਦੇਗੀ, ਬੰਦੇ ਇਕੱਠੇ ਉਹਨੂੰ ਵੀ ਮਾਰਤਾ। ਉਹਨੂੰ ਮਾਰ ਕੇ ਉਹ ਬਾਹਰ ਕੁੰਡਾ ਲਾ ਕੇ ਚਲਾ ਗਿਆ ਸੀ। ਵੈਸੇ ਪਿੰਡ 'ਚ ਨੂੰ ਪੋਲਾ ਨਾਂ ਤੋਂ ਜਾਣਦੇ ਸੀ। ਆਪਣੇ ਚੰਗੇ ਉਹਦੇ ਨਾਲ ਰਿਲੇਸ਼ਨ, ਮੇਰਾ ਇੱਕ ਦੋਸਤ ਜਾਂ ਵੱਡੇ ਭਰਾ ਦੀ ਥਾਂ 'ਤੇ ਸੀ। ਬਹੁਤ ਵਧੀਆ ਬੰਦਾ ਸੀ। ਪਰਸ਼ੋਤਮ ਸਿੰਘ ਦੀ ਕੋਈ ਵੀ ਰੰਜਿਸ਼ ਨਹੀਂ ਸੀ, ਨਾ ਹੀ ਉਹਦੇ ਨਾਲ ਕਿਸੇ ਦਿਨ ਇਹਦੀ ਲੜਾਈ ਹੋਈ। ਪਰ ਅਚਾਨਕ ਇਹਦਾ ਸੱਚ ਸਾਨੂੰ ਅਜੇ ਤੱਕ ਪਤਾ ਨਹੀਂ।
ਇਹਦੀ ਜਿਹੜੇ ਇੱਥੇ ਝੁੜਖੇੜੇ ਪੁਰਸ਼ੋਤਮ ਸਿੰਘ ਤੇ ਉਹਨਾਂ ਦੀ ਵਾਈਫ ਸੁਖਦੀਪ ਕੌਰ, ਉਹਨਾਂ ਉਸ ਸੰਬੰਧ ਦੇ ਵਿੱਚ ਪਹਿਲਾਂ ਇਹ ਬਲਾਈਂਡ ਸੀਗਾ ਸਾਰਾ ਕੇਸ, ਤੇ ਆਪਣੇ ਡੀਐਸਪੀ ਸਾਹਿਬ ਬੋਰਡੀ ਤੇ ਜਿਹੜੇ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕੀਤੀ। ਮਿਹਨਤ ਦੇ ਨਾਲ ਇਹਨਾਂ ਨੇ ਜਦੋਂ ਟ੍ਰੇਸ ਕੀਤਾ ਕੇਸ, ਉਹਦੇ ਵਿੱਚ ਇਹਨਾਂ ਨੇ ਬਲਦੇਵ ਸਿੰਘ ਸਾਰਾ ਏਲੀਅਸ ਗੱਗੀ ਸਾਰਾ ਕਪੂਰ ਸਿੰਘ ਝੁੜਕਲਾਂ ਦਾ ਹੀ ਹੈ, ਝੁੜਖੇੜੇ ਦਾ ਹੀ ਹੈ, ਤੇ ਉਹਨੂੰ ਗ੍ਰਿਫਤਾਰ ਕੀਤਾ ਇਸ ਕੇਸ ਦੇ ਵਿੱਚ, ਤੇ ਉਹ ਇਹਨਾਂ ਦੀ ਕਾਮਯਾਬੀ ਹੈ। ਇਹਦੇ ਵਿੱਚ ਉਸ ਨੂੰ ਜਿਹੜਾ ਅਕਿਊਜ਼ਡ ਹੈ ਬਲਦੇਵ ਸਿੰਘ, ਉਹਨੂੰ ਸ਼ੱਕ ਸੀਗਾ ਵੀ ਇਹਦੇ ਉਸਦੇ ਪਤਨੀ ਦੇ ਨਾਲ ਕੋਈ ਸੰਬੰਧ ਹੈ ਜਾਂ ਉਸਨੂੰ ਇਹ ਉੱਧਰ ਆਉਂਦਾ ਜਾਂਦਾ, ਉਸਨੂੰ ਇਹ ਸ਼ੱਕ ਸੀ। ਉਸ ਸ਼ੱਕ ਦੇ ਵਿੱਚ ਉਹਨੇ ਜਦੋਂ ਉਹਦੇ ਸੱਟ ਮਾਰੀ ਆਪਣੇ ਪੁਰਸ਼ੋਤਮ ਦੇ, ਉਸਦੀ ਵਾਈਫ ਜਾ ਗਈ, ਤੇ ਉਸ ਤੋਂ ਬਾਅਦ ਇਹਨੇ ਉਹਦੇ ਵਾਈਫ ਦੇ ਵਾਰ ਕੀਤਾ, ਉਹਨੂੰ ਮਾਰ। ਇਹ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ? ਹਾਂਜੀ, ਇਹਦੀ ਗ੍ਰਿਫਤਾਰ ਕਰ ਲਿਆ। ਸ਼ੱਕ ਦੇ ਚਲਦੇ ਇੱਕ ਪੂਰਾ ਪਰਿਵਾਰ ਉਜਾੜ ਦਿੱਤਾ ਗਿਆ। ਇੱਕ ਘਰ ਜਿੱਥੇ ਪਤੀ ਪਤਨੀ ਖੁਸ਼ੀ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ, ਪਰ ਉਹਨਾਂ ਦੀ ਖੁਸ਼ੀ ਵੀ ਕਿਸੇ ਤੋਂ ਜਰੀ ਨਹੀਂ ਗਈ। ਮਹਿਜ਼ ਇੱਕ ਸ਼ੱਕ ਦੇ ਚਲਦੇ ਪਿੰਡ ਦੇ ਹੀ ਵਿਅਕਤੀ ਦੇ ਵੱਲੋਂ ਬਿਨਾਂ ਕੁਝ ਸੋਚੇ ਸਮਝੇ ਇਸ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ। ਪਤੀ ਪਤਨੀ ਨੂੰ ਖਤਮ ਕਰਨ ਤੋਂ ਬਾਅਦ ਉਹ ਵਿਅਕਤੀ ਆਪਣੇ ਘਰ ਦੇ ਵਿੱਚ ਜਾ ਕੇ ਆਰਾਮ ਦੇ ਨਾਲ ਰਹਿਣ ਲੱਗ ਪਿਆ। ਸ਼ਾਇਦ ਇਸ ਗੱਲ ਦਾ ਉਸਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ ਕਿ ਮੇਰੀ ਜ਼ਿੰਦਗੀ ਕਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਗੁਜ਼ਰਨੀ ਹੈ। 2 ਦਿਨ ਬਾਅਦ ਜਦੋਂ ਗੁਆਂਢੀਆਂ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਸੀਸੀਟੀਵੀ ਚੈੱਕ ਕੀਤੀ, ਉਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਕਾਬੂ ਕਰਨ ਤੋਂ ਬਾਅਦ ਸਾਰਾ ਕੁਝ ਸਾਹਮਣੇ ਆ ਗਿਆ ਕਿ ਕਿਵੇਂ ਪਤੀ ਪਤਨੀ ਨੂੰ ਖਤਮ ਕੀਤਾ ਗਿਆ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਇੱਕ ਮਿਹਨਤੀ ਪਰਿਵਾਰ ਨੂੰ ਖਤਮ ਕੀਤਾ। ਜਿਸ ਵਿਅਕਤੀ ਦੇ ਵੱਲੋਂ ਅਜਿਹਾ ਕੀਤਾ ਗਿਆ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸੀਸੀਟੀਵੀ ਫੁਟੇਜ ਤੋਂ ਖੁਲਾਸਾ ਹੋਇਆ ਕਿ ਪਿੰਡ ਦੇ ਹੀ ਵਿਅਕਤੀ ਨੇ ਇਹ ਸਭ ਕੁਝ ਕੀਤਾ, ਪਰ ਉਹ ਫਿਰ ਵੀ ਨਹੀਂ ਮੰਨਿਆ। ਪਰ ਜਦੋਂ ਉਸਦੇ ਘਰਦਿਆਂ ਨੂੰ ਸਭ ਕੁਝ ਦਿਖਾਇਆ ਗਿਆ, ਪੁੱਛਿਆ ਗਿਆ ਕਿ ਕੀ ਫੁਟੇਜ ਦੇ ਵਿੱਚ ਦਿਖ ਰਿਹਾ ਵਿਅਕਤੀ ਉਹਨਾਂ ਦਾ ਹੀ ਘਰ ਦਾ ਜੀ ਹੈ, ਉਹਨਾਂ ਦਾ ਹੀ ਪਿਓ ਹੈ, ਤਾਂ ਉਹਨਾਂ ਨੇ ਮੰਨ ਲਿਆ। ਪਤਨੀ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਸ਼ੱਕ ਦੇ ਚਲਦੇ ਇਹ ਸਭ ਕੁਝ ਘਟਨਾ ਵਾਪਰੀ ਸੀ। ਫਾਜ਼ਿਲਕਾ ਦੇ ਹਲਕਾ ਬੱਲੂਆਣਾ ਦੇ ਪਿੰਡ ਝੂੰਠਖੇੜਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਪਤੀ ਪਤਨੀ ਨੂੰ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਤੇਜ਼ਧਾਰ ਕਹੀ ਦੇ ਨਾਲ ਖਤਮ ਕਰ ਦਿੱਤਾ। ਖਤਮ ਕਰਨ ਤੋਂ ਬਾਅਦ ਉੱਥੇ ਹੀ ਮ੍ਰਿਤਕ ਦੇਹਾਂ 2 ਦਿਨਾਂ ਤੱਕ ਸੜਦੀਆਂ ਰਹੀਆਂ ਅਤੇ ਤੀਸਰੇ ਦਿਨ ਜਾ ਕੇ ਜਦੋਂ ਬਦਬੂ ਆਉਣੀ ਸ਼ੁਰੂ ਹੁੰਦੀ ਹੈ ਤਾਂ ਗੁਆਂਢੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਦੇਖਣਾ ਹੋਵੇਗਾ ਇਸ ਸਾਰੇ ਮਾਮਲੇ ਦੇ ਵਿੱਚ ਪਿੰਡ ਦੇ ਵਿਅਕਤੀ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ, ਕਿੰਨੀ ਵੱਡੀ ਸਜ਼ਾ ਉਸ ਨੂੰ ਮਿਲੇਗੀ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਅਕਤੀ ਕਿਸੇ ਦੀ ਜ਼ਿੰਦਗੀ ਦੇ ਨਾਲ ਇੰਜ ਖਿਲਵਾੜ ਕਰਨ ਤੋਂ ਪਹਿਲਾਂ 100 ਵਾਰ ਸੋਚੇ।